A7 ਪੰਜਾਬ ਵੇਖਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਇਤਿਹਾਸਿਕ ਸਥਾਨ ਪਿੰਡ ਡੱਲਾ, ਜੋ ਕਿ ਸੁਲਤਾਨਪੁਰ ਲੋਧੀ ਤੋਂ 6 ਕਿਲੋਮੀਟਰ ਚੜ੍ਹਦੇ ਪਾਸੇ ਵੱਲ ਮੌਜੂਦ ਹੈ। ਤੇ ਇਸ ਇਤਿਹਾਸਿਕ ਸਥਾਨ ਬਾਰੇ ਆਪਾਂ ਭਾਈ ਸਾਹਿਬ ਹੋਰਾਂ ਤੋਂ ਜਾਣਕਾਰੀ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਨਾਨਕ ਨਾਮ ਲੇਵਾ। ਸਿੱਖ ਜਗਤੀਆਂ ਸੰਗਤਾਂ ਜਿੱਥੇ ਜਿੱਥੇ ਵੀ ਆਪ ਗੁਰੂ ਕੀ ਸੰਗਤ ਇਸ ਵੀਰਾਂ ਦੇ ਉਪਰਾਲੇ ਦੇ ਨਾਲ ਇਹ ਪਾਵਨ ਪਵਿੱਤਰ ਸਥਾਨ ਜੋ ਪਰਮਹੰਸ ਭਾਈ ਪਾਰੋ ਜੀ ਉਹਨਾਂ ਦਾ ਖੂਹ ਹੈ, ਜਿੱਥੇ ਇਸ ਵੇਲੇ ਆਪਾਂ ਖਲੋਤੇ ਹਾਂ। ਔਰ ਇਹ ਭਾਈ ਪਾਰੋ ਜੀ ਪਰਮਹੰਸ ਦਾ ਬਹੁਤ ਵੱਡਾ ਯੋਗਦਾਨ ਹੈ, ਜੋ ਡੱਲੇ ਨਗਰ ਨੂੰ ਇੰਨਾ ਵੱਡਾ ਵਿਸ਼ਾਲ ਇਤਿਹਾਸ ਦੇਣ ਵਾਸਤੇ। ਇਸ ਨਗਰ ਦਾ ਬਹੁਤ ਵੱਡਾ ਇਤਿਹਾਸ ਇਸ ਕਰਕੇ ਹੈ ਕਿਉਂਕਿ ਇਸ ਨਗਰ ਦੇ ਵਿੱਚ 8 ਪਾਤਸ਼ਾਹੀਆਂ ਨੇ ਚਰਨ ਪਾਏ ਔਰ 72 ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਦੀ 15ਵੀਂ 16ਵੀਂ ਪੌੜੀ ਦੇ ਵਿੱਚ ਜਿਨ੍ਹਾਂ ਦੇ ਨਾਂ ਦਰਜ ਨੇ। ਇਸ ਨਗਰ 'ਚ 72 ਬ੍ਰਹਮ ਗਿਆਨੀ, 8 ਗੁਰੂ ਸਾਹਿਬ ਦੇ 4 ਮੰਜੀਆਂ ਜੋ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਪਸਾਰ ਵਾਸਤੇ ਥਾਪੀਆਂ ਸੀ। ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਮੰਜੀ ਜਿਹੜੀ ਹੈ ਭਾਈ ਪਾਰੋ ਜੀ ਪਰਮਹੰਸ, ਜਿਨ੍ਹਾਂ ਦੇ ਖੂਹ 'ਤੇ ਆਪਾਂ ਖੜੇ ਹਾਂ, ਉਹਨਾਂ ਨੂੰ ਮਿਲੀ ਹੈ। ਸਭ ਤੋਂ ਪਹਿਲਾਂ ਭਾਈ ਪਾਰੋ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਖਡੂਰ ਸਾਹਿਬ ਜਾ ਕਰਕੇ ਜੁੜੇ ਸਨ। ਉੱਥੋਂ ਫਿਰ ਉਹਨਾਂ ਸਤਿਗੁਰਾਂ ਨੇ ਮਿੱਠੇ ਬਚਨ ਪੁੱਛੇ ਕਿ ਭਾਈ ਤੁਸੀਂ ਕਿੱਥੋਂ ਆਏ ਹੋ? ਤੇ ਭਾਈ ਪਾਰੋ ਜੀ ਕਹਿਣ ਲੱਗੇ ਜੀ ਪਾਰੋਂ ਆਇਆ ਹਾਂ, ਕਿਉਂਕਿ ਉਧਰ ਮਾਝੇ ਦੀ ਧਰਤੀ ਹੈ, ਦੁਆਬੇ ਵਿੱਚ ਆਪਾਂ ਖੜੇ, 2 ਦਰਿਆਵਾਂ ਦੇ ਵਿੱਚ ਕਾਰਲਾ ਹਿੱਸਾ ਦੁਆਬਾ। ਕਹਿਣ ਲੱਗੇ ਕੀ ਨਾਮ ਹੈ? ਕਹਿੰਦੇ ਜੀ ਭਾਈ ਪਾਰੋ। ਤੇ ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਨਾਮ ਹੀ ਪਾਰੋ ਤੇ ਆਏ ਵੀ ਪਾਰੋਂ, ਤੇ ਕੀ ਲੈਣ ਵਾਸਤੇ ਆਏ ਹੋ? ਤੇ ਭਾਈ ਪਾਰੋ ਜੀ ਹੱਥ ਜੋੜ ਕੇ ਨੇਤਰ ਜਲ ਦੇ ਨਾਲ ਭਰ ਕੇ ਕਹਿਣ ਲੱਗੇ ਸਤਿਗੁਰੂ ਜੀ ਨਾਮ ਹੀ ਪਾਰੋ ਹੈ, ਆਇਆ ਵੀ ਪਾਰੋ ਹਾਂ, ਕਿਰਪਾ ਕਰਕੇ ਮੈਨੂੰ ਭਵ ਸਾਗਰ ਤੋਂ ਪਾਰ ਕਰ ਦਿਓ। ਸਤਿਗੁਰੂ ਬੜੇ ਪ੍ਰਸੰਨ ਹੋਏ, ਕਹਿੰਦੇ ਐਸੇ ਸਿੱਖ ਬਹੁਤ ਥੋੜ੍ਹੇ ਹਨ ਜਿਨ੍ਹਾਂ ਨੂੰ ਗੁਰਸਿੱਖੀ ਦੇ ਨਾਲ ਅੰਦਰੋਂ ਪਿਆਰ ਹੈ, ਮੁਕਤੀ ਦੇ ਮਾਰਗ ਨਾਲ। ਤੋ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਵੀ ਉਸ ਵੇਲੇ ਸੇਵਾ 'ਚ ਹਾਜ਼ਰ ਸੀ ਖਡੂਰ ਸਾਹਿਬ। ਉੱਥੋਂ ਫਿਰ ਬਚਨ ਹੋਇਆ ਗੁਰੂ ਅੰਗਦ ਸਾਹਿਬ ਕਹਿੰਦੇ ਇਹ ਜੋ ਪੁਰਖ ਤੁਹਾਡੇ ਨਾਲ ਭਾਰੀ ਸੇਵਾ ਕਰ ਰਿਹਾ, ਇਹੀ ਤੁਹਾਨੂੰ ਇਸ ਮੁਕਤੀ ਦੇ ਰਸਤੇ 'ਤੇ ਪਾਉਣਗੇ। ਔਰ ਭਾਈ ਪਾਰੋ ਨੂੰ ਪਰਮਹੰਸ ਦਾ ਖਿਤਾਬ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪ੍ਰਾਪਤ ਹੋਇਆ, ਕਿਉਂਕਿ ਉਹਨਾਂ ਨੇ ਸੇਵਾ ਗੁਰੂ ਰਾਮਦਾਸ ਮਹਾਰਾਜ ਜਿਸ ਵੇਲੇ ਭਾਈ ਜੇਠਾ ਜੀ ਦੇ ਰੂਪ ਵਿੱਚ ਸਨ, ਗੁਰੂ ਰਾਮਦਾਸ ਮਹਾਰਾਜ ਜੀ ਤੇ ਭਾਈ ਪਾਰੋ ਜੀ ਇਕੱਠੇ ਸੇਵਾ ਕਰਿਆ ਕਰਦੇ ਸਨ। ਬਹੁਤ ਵੱਡੀ ਕਮਾਈ ਇਸ ਸਿੱਖ ਦੀ ਕਿ ਰੋਜ਼ ਇਸ ਡੱਲੇ 'ਚੋਂ ਦਰਿਆ ਲੰਘ ਕੇ ਘੋੜੀ 'ਤੇ ਔਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਪਹੁੰਚਿਆ ਕਰਦੇ ਸਨ। ਔਰ ਸਤਿਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਸਦਕਾ ਇਸ ਖੂਹ 'ਤੇ ਬੈਠ ਕੇ ਆਉਂਦੇ ਜਾਂਦੇ ਰਾਈਆਂ ਨੂੰ ਠੰਡਾ ਮਿੱਠਾ ਜਲ ਔਰ ਘੁੰਗਣੀਆਂ ਦਾ ਪ੍ਰਸ਼ਾਦ ਛਕਾਇਆ ਕਰਦੇ ਸਨ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੈਗਾਮ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਸ ਖੂਹ 'ਤੇ ਬਹਿ ਕੇ ਬੇਅੰਤ ਬਖਸ਼ਿਸ਼ਾਂ ਉਸ ਭਾਈ ਪਾਰੋ ਜੀ ਪਰਮਹੰਸ ਨੇ ਵਰਤਾਈਆਂ ਔਰ ਆਪ ਜੀ ਇਸ ਵੇਲੇ ਉਸ ਖੂਹ ਦੇ ਦਰਸ਼ਨ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਭਾਈ ਪਾਰੋ ਜੀ ਪਰਮਹੰਸ ਜੀ ਦੇ ਖੂਹ ਤੋਂ ਹੋ ਕੇ ਆਏ ਹਾਂ ਔਰ ਸਭ ਤੋਂ ਪਹਿਲਾਂ ਜੋ ਇਸ ਧਰਤੀ 'ਤੇ ਡੱਲੇ ਨਗਰ 'ਚ ਗੁਰੂ ਮਹਾਰਾਜ ਜੀ ਨੂੰ ਪ੍ਰੇਮ ਕਰਨ ਵਾਲਾ ਸਿੱਖ ਭਾਈ ਪਾਰੋ ਸੀ। ਇਹ ਜਿਸ ਜਗ੍ਹਾ 'ਤੇ ਆਪਾਂ ਹੁਣ ਖਲੋਤੇ ਹਾਂ, ਇਹ ਭਾਈ ਪਾਰੋ ਜੀ ਦਾ ਘਰ ਸੀ। ਭਾਈ ਪਾਰੋ ਜੀ ਦੀ ਕੁਲ ਦੇ ਵਿੱਚੋਂ ਬਾਬਾ ਨਰੈਣ ਦਾਸ ਜੀ ਤੇ ਮਾਤਾ ਭਾਗਪਰੀ, ਜਿਨ੍ਹਾਂ ਦੀ ਬਰਖੁਰਦਾਰ ਸਪੁੱਤਰੀ ਧੰਨ ਬੰਦਕੀ ਦੀ ਭਾਵਨਾ ਦੀ ਮੂਰਤ ਮਾਤਾ ਦਮੋਦਰੀ ਸਾਹਿਬ ਜੀ। ਕਿੰਨੀ ਕੁ ਉਹਨਾਂ ਦੀ ਬੰਦਗੀ ਆਪਾਂ ਕੀ ਦੱਸ ਸਕਦੇ, ਕਿਉਂਕਿ ਜਿਨ੍ਹਾਂ ਦਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਨਾਤਾ ਜੁੜਦਾ ਏ। ਔਰ ਬਹੁਤ ਵੱਡਾ ਇਤਿਹਾਸ ਇਸ ਆਨੰਦ ਕਾਰਜ ਦੇ ਪਿੱਛੇ ਛੁਪਿਆ ਹੈ, ਜੋ ਇਸ ਜਗ੍ਹਾ 'ਤੇ ਹੋਇਆ ਜਿੱਥੇ ਆਪਾਂ ਇਸ ਵੇਲੇ ਦਰਸ਼ਨ ਕਰ ਰਹੇ ਹਾਂ। ਕਿਉਂਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ ਮਹਾਰਾਜ ਤਤੀ ਤਵੀ 'ਤੇ ਬਹਿੰਦੇ ਆ, ਬਾਅਦ ਦੀ ਗੱਲ ਹੈ, ਔਰ ਤਤੀ ਤਵੀ 'ਤੇ ਬਹਿਣ ਦਾ ਇੱਕ ਕਾਰਨ ਸੀ ਚੰਦੂ ਦੀਵਾਨ ਦੀ ਬੇਟੀ ਦਾ ਰਿਸ਼ਤਾ ਠਕਰਾਉਣਾ। ਔਰ ਉਸ ਵੇਲੇ ਇਸ ਨਗਰ ਤੋਂ ਸੰਗਤ ਗਈ ਹੋਈ ਸੀ, ਅਤੇ ਜਦੋਂ ਮਹਾਰਾਜ ਜੀ ਨੂੰ ਉਹਨਾਂ ਨੇ ਬਚਨ ਕਹਿ ਕੇ ਚਵਾਰੇ ਦੀ ਇੱਟ ਮੋਰੀ ਨੂੰ ਲਾਈ, ਸੰਗਤ ਕਹਿੰਦੀ ਸਤਿਗੁਰੂ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਉਸ ਵੇਲੇ ਫਿਰ ਇਸ ਨਗਰ ਦੇ ਭਾਈ ਨਰੈਣ ਦਾਸ ਜੀ, ਮਾਤਾ ਭਾਗਭਰੀ ਜੀ, ਉਹ ਭਾਈ ਪਾਰੋ ਦੀ ਕੁਲ ਵਿੱਚੋਂ ਹੋਏ ਨੇ, ਤੇ ਉਹਨਾਂ ਨੂੰ ਫਿਰ ਬੇਨਤੀ ਕੀਤੀ ਸਤਿਗੁਰੂ ਕਿ ਸਾਡੀ ਸਪੁੱਤਰੀ ਹੋਣਹਾਰ ਆਪ ਜੀ ਦੇ ਲਾਇਕ ਹੈ। ਗੁਰੂ ਕੀ ਸੰਗਤ ਨੇ ਬੇਨਤੀ, ਸਤਿਗੁਰੂ ਗੁਰੂ ਦੀ ਸੰਗਤ ਦੀ ਨਹੀਂ ਮੋੜਦੇ, ਕਿਉਂਕਿ ਸੰਗਤ ਗੁਰਬਾਣੀ ਦੇ ਬਾਬਤ ਵੇਖੀਏ ਤੇ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਦੇ ਵਿੱਚ ਰੱਬ ਵਸਦਾ ਹੈ।
ਤੋ ਇਸ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਨੂੰ 7 ਵਚਨ ਕਹਿਤਾ ਤੇ ਇਸ ਜਗ੍ਹਾ ਤੇ 1604 ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਮਾਂ ਦਮੋਦਰੀ ਸਾਹਿਬ ਦਾ ਆਨੰਦ ਕਾਰਜ ਹੋਇਆ। ਔਰ ਕਿੰਨੀ ਵਿਲੱਖਣਤਾ ਕਿ ਸਭ ਤੋਂ ਪਹਿਲਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ 1604 ਨੂੰ ਹੀ ਪਹਿਲਾ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ। ਔਰ ਉੱਥੋਂ ਫਿਰ ਪਾਲਕੀ ਦੇ ਵਿੱਚ ਭਾਈ ਬੰਨੂ ਜੀ ਵਾਲੀ ਬੀੜ ਦਾ ਜ਼ਿਕਰ ਆਉਂਦਾ ਹੈ। ਉਹ ਫਿਰ ਇੱਥੇ ਬਾਬਾ ਬੁੱਢਾ ਜੀ ਲੈ ਕੇ ਆਏ ਗੁਰੂ ਅਰਜਨ ਸਾਹਿਬ ਮਹਾਰਾਜ, ਹੋਰ ਬਾਬਾ ਬਿਧੀ ਚੰਦ, ਭਾਈ ਸ਼ਾਲੋ, ਭਾਈ ਪੈੜਾ, ਭਾਈ ਪੁਰਾਣਾ, ਭਾਈ ਬਿਧੀਆ, ਭਾਈ ਲੰਗਾ, ਬੇਅੰਤ ਸਿੱਖ ਜਿਹੜੇ ਬਰਾਤ ਵਿੱਚ ਆਏ। ਬਹੁਤ ਵੱਡਾ ਪਵਿੱਤਰ ਸਥਾਨ ਹੈ। ਇੱਥੇ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਮਾਂ ਦਮੋਦਰੀ ਸਾਹਿਬ ਦੇ ਆਨੰਦ ਕਾਰਜ ਕੀਤੇ। ਇਹ ਉਹ ਪਾਵਨ ਪਵਿੱਤਰ ਸਥਾਨ ਹੈ। ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਦੀ ਕਮਾਈ ਦੇ ਸਦਕਾ ਉਹਨਾਂ ਦੇ ਪਰਿਵਾਰ ਦੀ ਧੀ ਮਾਤਾ ਦਮੋਦਰੀ ਸਾਹਿਬ, ਜਿਨ੍ਹਾਂ ਦੀ ਕੁੱਖ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਔਰ ਬੀਬੀ ਵੀਰੋ ਜੀ ਦਾ ਆਗਾਜ਼ ਹੋਇਆ। ਇਹ ਪਾਵਨ ਪਵਿੱਤਰ ਸਥਾਨ ਮਾਤਾ ਦਮੋਦਰੀ ਸਾਹਿਬ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਆਪ ਜੀ ਇਸ ਵੇਲੇ ਦਰਸ਼ਨ ਕਰ ਰਹੇ ਹੋ ਪਾਵਨ ਸਥਾਨ ਡੱਲਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਪ੍ਰਕਾਸ਼ ਸਥਾਨ ਭਾਈ ਲਾਲੂ ਜੀ, ਜਿਨ੍ਹਾਂ ਨੂੰ ਤਈਆ ਤਾਪ ਦੇ ਨਾਂ ਨਾਲ ਕਰਕੇ ਸਿੱਖ ਸੰਗਤਾਂ ਜ਼ਿਆਦਾ ਯਾਦ ਕਰਦੀਆਂ ਨੇ। ਔਰ ਉਹਨਾਂ ਦੀ ਯਾਦ ਵਿੱਚ ਜੋ ਸਾਲਾਨਾ ਜੋੜ ਮੇਲਾ ਹੈ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਾਰੀ ਵੀ ਸਿੱਖ ਸੰਗਤਾਂ ਬੜੀ ਚੜ੍ਹਦੀ ਕਲਾ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਵੱਡੇ ਉਮਾਦ ਦੇ ਨਾਲ ਜੋੜ ਮੇਲੇ ਬਣਾ ਰਹੇ ਨੇ। ਔਰ ਆਪ ਜੀ ਨੂੰ ਸੂਖਮ ਰੂਪ ਦੇ ਵਿੱਚ ਇਸ ਪਾਵਨ ਸਥਾਨ ਦੀ ਮਹਾਨਤਾ ਬਾਰੇ ਸਤਿਗੁਰੂ ਸਿਰ ਤੇ ਹੱਥ ਰੱਖਣ ਆਪ ਜੀ ਨਾਲ ਬਚਨ ਕਰਨਾ ਚਾਹੁੰਦੇ ਹਾਂ। ਜੋ ਪਾਵਨ ਪਵਿੱਤਰ ਕੋਠੜੀ ਸਾਹਿਬ ਦਾਸਾਂ ਦੇ ਨੇੜੇ ਆਪ ਜੀ ਤੱਕ ਰਹੇ ਹੋ। ਇਸ ਪਾਵਨ ਸਥਾਨ ਦਾ ਬਹੁਤ ਵੱਡਾ ਇਤਿਹਾਸ ਹੈ। ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਸਿੱਖੀ ਪ੍ਰਚਾਰ ਪ੍ਰਸਾਰ ਵਾਸਤੇ ਥਾਪੀਆਂ ਸਨ, ਉਹਨਾਂ 'ਚੋਂ 4 ਮੰਜੀਆਂ ਇਸ ਨਗਰ ਨੂੰ, ਡੱਲਾ ਨਗਰ ਨੂੰ, ਜੋ ਸੁਲਤਾਨਪੁਰ ਲੋਧੀ ਤੋਂ ਚੜ੍ਹਦੇ ਪਾਸੇ 4 ਕਿਲੋਮੀਟਰ 'ਤੇ ਸਥਿਤ ਹੈ। ਔਰ ਪੂਰੇ ਵਰਲਡ ਦੇ ਵਿੱਚ ਐਸੇ ਨਗਰ ਦੀ ਮਹਾਨਤਾ ਕਿਤੇ ਨਹੀਂ ਮਿਲਦੀ, ਕਿਉਂਕਿ ਪਾਵਨ ਧਰਤੀ ਦੇ ਉੱਤੇ 72 ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਦੇ ਨਾਮ ਭਾਈ ਗੁਰਦਾਸ ਜੀ ਨੇ 15ਵੀਂ 16ਵੀਂ ਪੌੜੀ 'ਚ ਦਰਜ ਕੀਤੇ। 4 ਮੰਜੀਦਾਰ 8 ਗੁਰੂ ਸਾਹਿਬ ਜੀ ਨੇ ਚਰਨ ਪਾਏ। ਸੋ ਇਸ ਕਰਕੇ ਸੀਨਾ ਮਸੀਨਾ ਕੁਝ ਇਤਿਹਾਸ ਹਨ, ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਜ਼ਿਕਰ ਹੈ। ਤੋ ਇਸ ਕਰਕੇ ਗੁਰਬਾਣੀ ਕਹਿੰਦੀ ਪਿਤਾ ਕਾ ਜਨਮ ਕੇ ਜਾਣੈ ਭੂਤ ਸਗਲ ਪਰੋਈ ਆਪਣੇ ਸੂਤ। ਬਾਕੀ ਉਸ ਪਿਆਰੇ ਦੀਆਂ ਗੱਲਾਂ ਨੂੰ ਕੌਣ ਜਾਣ ਸਕਦਾ, ਇੱਕ ਭਾਵਨਾ ਹੈ। ਤੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੰਜੀਦਾਰ ਪਹਿਲੀ ਵਾਰ ਗੋਇੰਦਵਾਲ ਸਾਹਿਬ ਮਿਲੇ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਕਹਿਣ ਲੱਗੇ, ਭਾਈ ਸਿੱਖਾ ਪਹਿਲਾਂ ਤਾਂ ਕਦੇ ਨਹੀਂ ਦੇਖਿਆ, ਤੈਨੂੰ ਕਿੱਥੋਂ ਆਇਆ ਹੈ? ਕਹਿੰਦੇ ਜੀ ਮੈਂ ਵੈਦ ਹਾਂ ਤੇ ਪੂਰੀ ਦੁਨੀਆ ਦੇ ਵਿੱਚ ਗਾਹੇ ਬਗਾਹੇ ਵਿਚਰ ਕੇ ਲੋਕਾਂ ਦਾ ਭਲਾ ਕਰਦਾ, ਦਵਾਈ ਦੇਣਾ ਹਾਂ, ਨਗਰ ਮੇਰਾ ਡੱਲਾ ਹੈ। ਤੋ ਇਸ ਵੇਲੇ ਸਤਿਗੁਰੂ ਮਹਾਰਾਜ ਮੁਸਕਰਾਏ, ਕਹਿੰਦੇ ਕਿ ਭਾਈ ਲਾਲੋ ਕੱਲੀ ਦਵਾਈ ਦਿੰਦੇ ਹੋ ਕਿ ਕਦੇ ਦੁਆ ਵੀ ਕਰਦੇ ਹੁੰਦੇ ਰੱਬ ਜੀ ਅੱਗੇ? ਕਹਿਣ ਲੱਗੇ ਜੀ ਉਹ ਤਾਂ ਕਦੇ ਨਹੀਂ ਕੀਤੀ। ਉੱਥੇ ਫਿਰ ਤਵਾਰੀਖ ਕਹਿੰਦੀ ਹੈ, ਸਹਿਜ ਸੁਭਾਏ ਬਚਨ ਗੁਰ ਭਇਆ ਲਾਲੂ ਰੰਗਣ ਰੰਗਿਆ ਗਿਆ, ਕਿ ਮਹਾਰਾਜ ਦੇ ਬੋਲਾਂ ਦੇ ਵਿੱਚ ਸਾਧ ਸੰਗਤ ਦੀ ਕਿਰਪਾ ਹੁੰਦੀ ਹੈ। ਆਪਣਾ ਬਜ਼ੁਰਗ ਹੀ ਕੋਈ ਸੀਸ ਦੇ ਦੇਵੇ ਤੇ ਆਪਾਂ ਨੂੰ ਕਿੰਨਾ ਖੁਸ਼ੀ ਮਹਿਸੂਸ ਹੁੰਦੀ, ਜਦੋਂ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਦੇ ਹਨ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰਨਾਮ ਦੀ। ਉਹ ਐਸਾ ਹੱਥ ਰੱਖਿਆ ਭਾਈ ਲਾਲੂ ਜੀ ਦੇ। ਕਹਿਣ ਲੱਗੇ ਭਾਈ ਲਾਲੂ ਹੁਣ ਤੁਸੀਂ ਤੁਰ ਫਿਰ ਕੇ ਦਵਾਈ ਨਹੀਂ ਦੇਣੀ, ਤੁਸੀਂ ਦੁਆ ਕਰਿਆ ਕਰੋ 4-5 ਘੰਟੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ, ਤੇ ਬੈਠ ਕੇ ਇੱਕ ਜਗ੍ਹਾ ਤੇ ਬੰਦਗੀ ਕਰੋ। ਅੱਗੇ ਤੁਸੀਂ ਸੰਗਤਾਂ 'ਚ ਵਿਚਰ ਕੇ ਦਵਾਈ ਨਾਲ ਭਲਾ ਕਰਦੇ ਹੋ, ਹੁਣ ਤੁਸੀਂ ਪ੍ਰਭੂ ਦੀ ਦੁਆ ਕਰੋ, ਤੁਹਾਡੇ ਕੋਲ ਇਤਨੀਆਂ ਸੰਗਤਾਂ ਆਇਆ ਕਰਨਗੀਆਂ ਕਿ ਪੈਰ ਰੱਖਣ ਨੂੰ ਜਗ੍ਹਾ ਵੀ ਨਹੀਂ ਰਵੇਗੀ। ਆਖੋ ਸਤਨਾਮ ਸ੍ਰੀ। ਔਰ ਇਹ ਸੱਚ ਹੈ ਕਿ ਉਸ ਮਹਾਂਪੁਰਖ ਦੇ ਘਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਵਿਦੇਸ਼ਾਂ 'ਚੋਂ ਸਪੈਸ਼ਲ ਸੰਗਤ ਆਉਂਦੀ ਹੈ ਭਾਵਨਾ ਦੇ ਨਾਲ। ਇਹ ਪੰਜਾਬ ਦੀ ਧਰਤੀ ਦਾ ਪਾਵਨ ਪਵਿੱਤਰ ਇਤਿਹਾਸਕ ਨਗਰ ਡੱਲਾ। ਤੋ ਉਸ ਵੇਲੇ ਫਿਰ ਗੁਰੂ ਅਮਰਦਾਸ ਜੀ ਦੇ ਘਰੋਂ ਰਹਿਮਤਾਂ ਲਈਆਂ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਮਾਂ ਦਾ ਇਕੱਲਾ ਬੇਟਾ ਜਿਹੜਾ ਤਈਏ ਤਾਪ ਨਾਲ ਮਰ ਗਿਆ। ਹਜੂਰ ਪਾਤਸ਼ਾਹ ਬੰਦਗੀ ਵਿੱਚ ਬੈਠੇ ਸਨ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਤੋ ਇਸ ਕਰਕੇ ਪ੍ਰਭੂ ਜੀ ਦੀ ਬੰਦਗੀ ਦੇ ਵਿੱਚੋਂ ਮਹਿਕ ਆਈ। ਕਹਿਣ ਲੱਗੇ ਕੌਣ ਰੋਂਦਾ? ਕਹਿੰਦੇ ਜੀ ਮਾਂ ਰੋਂਦੀ ਹੈ, ਪੁੱਤਰ ਚੜ੍ਹਾਈ ਕਰ ਗਿਆ। ਮਹਾਰਾਜ ਕਹਿੰਦੇ ਉਹਨੂੰ ਕਹਿ ਚੁੱਪ ਕਰ ਜਾਓ, ਅਸੀਂ ਸਵੇਰੇ ਉਠਾ ਦਿਆਂਗੇ।
ਕਿਉਂਕਿ ਗੁਰਬਾਣੀ ਕਹਿੰਦੀ ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੇ। ਤੂੰ ਪ੍ਰਭੂ ਸਾਰਾ ਕੁਝ ਕਰ ਸਕਦਾ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਹੁਣ ਟੈਕਨੋਲੋਜੀ ਸਾਇੰਸਦਾਨ ਇਹ ਗੱਲ ਕਹਿੰਦੇ ਆ ਵੀ ਸਵਾਸ ਨਿਕਲ ਗਏ ਤੇ ਬੰਦਾ ਮਰ ਗਿਆ, ਪਰ ਗੁਰਬਾਣੀ ਇਹ ਗੱਲ ਕਹਿੰਦੀ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਸਾਹਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਔਰ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ 13 ਕੋਹ ਦਾ ਪੈਂਡਾ ਲੱਥੇ ਸਿਰ ਤੋਂ ਤੁਰ ਗਏ, ਉਹ ਗੁਰਬਾਣੀ ਕਹਿੰਦੀ ਹੈ ਕਿ ਜਦੋਂ ਗੁਰੂ ਸਾਹਿਬ ਵੱਲ ਹੋਣ ਉਦੋਂ ਸਿਰ ਲੱਥਾ ਵੀ ਹੋਵੇ, ਸਵਾਸ ਨਾ ਵੀ ਚੱਲਦੇ ਹੋਣ, ਬੰਦਾ ਤਾਂ ਵੀ ਤੁਰਿਆ ਜਾਂਦਾ, ਇੱਕ ਗੁਰੂ ਦੀ ਕਿਰਪਾ। ਤਾਂ ਉਸ ਵੇਲੇ ਉਸ ਮਾਈ ਦਾ ਪੁੱਤਰ ਜਿਉਂਦਾ ਕੀਤਾ, ਔਰ ਉਹ ਜੋ ਤਈਆ ਤਾਪ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਸ ਕੇ ਵਚਨ ਕੀਤਾ, ਕਹਿੰਦੇ ਭਾਈ ਲਾਲੋ ਇਹਨਾਂ ਨੂੰ ਨਾਲ ਹੀ ਲੈ ਜਾਓ, ਉਸ ਧਰਤੀ ਤੇ ਇਹਨਾਂ ਨੂੰ ਰੱਖੋ, ਸੰਗਤਾਂ ਨੂੰ ਦਵਾਈ ਦੇ ਕਰਕੇ ਇਲਾਜ ਕਰਕੇ ਭਲਾ ਕਰੋ, ਸੇਵਾ ਸਿਮਰਨ ਕਰਾਓ। ਔਰ ਉਸ ਵੇਲੇ ਤੋਂ ਜੋ ਬਜ਼ੁਰਗਾਂ ਤੋਂ ਇਹ ਚੱਲੀ ਹੋਈ ਬਖਸ਼ਿਸ਼, ਇਹ ਕੋਠੜੀ ਜਿਹੜੀ ਹੈ ਇਹਦੇ ਵਿੱਚ ਤਈਆ ਤਾਪ ਦਾ ਜ਼ਿਕਰ ਜੋ ਇਤਿਹਾਸਕ ਭਾਵਨਾ ਅਨੁਸਾਰ ਵੀ ਹਰ ਸਾਲ ਇਹ ਕੋਠੜੀ ਪੂਰਨਮਾਸ਼ੀ ਵਾਲੇ ਦਿਨ ਖੋਲ੍ਹੀ ਜਾਂਦੀ ਹੈ, ਔਰ ਅਮਾਵਸ ਤੋਂ ਅਗਲੇ ਦਿਨ ਇਹਨੂੰ ਬੰਦ ਕਰ ਦਿੱਤਾ ਜਾਂਦਾ ਹੈ। ਭਾਵਨਾ ਹੈ ਅੱਜ ਵੀ ਸਿੱਖ ਸੰਗਤਾਂ ਦੀ ਜੋ ਭਾਵਨਾ ਨਾਲ ਆਉਂਦੇ ਨੇ, ਜਿਨ੍ਹਾਂ ਨੂੰ ਅਮਰੀਕਾ ਕੈਨੇਡਾ ਵਰਗੇ ਹਸਪਤਾਲਾਂ ਤੋਂ ਜਵਾਬ ਹੋ ਜਾਂਦਾ, ਇਸ ਸਥਾਨ 'ਤੇ ਆ ਕਰਕੇ ਉਹਨਾਂ ਨੂੰ ਆਨੰਦ ਸਰੂਪ ਤੇ ਦੇਹ ਅਰੋਗਤਾ ਪ੍ਰਾਪਤ ਹੁੰਦੀ ਹੈ। ਤੋ ਇਸ ਕਰਕੇ ਮਹਾਰਾਜ ਦੀ ਬੜੀ ਵੱਡੀ ਨਿਆਮਤ ਹੈ ਇਸ ਘਰ ਦੇ ਵਿੱਚ। ਬਾਕੀ ਭਾਵਨਾ ਹੈ ਸਿੱਖ ਸੰਗਤਾਂ ਦੀ, ਜੇ ਆਪਾਂ ਭਾਵਨਾ ਨਾਲ ਆਪਣੇ ਮਾਈ ਬਾਪ ਨੂੰ ਵੀ ਦੇਖੀਏ ਤੇ ਉਹ ਕਿੰਨੀਆਂ ਸੀਸਾਂ ਤੇ ਕਿੰਨਾ ਪਿਆਰ ਦਿੰਦੇ ਹੈ। ਇਸੇ ਤਰ੍ਹਾਂ ਜਿਹੜੀਆਂ ਸਿੱਖ ਸੰਗਤਾਂ ਭਾਵਨਾ ਵਾਲੀਆਂ, ਪ੍ਰੇਮ ਵਾਲੀਆਂ, ਉਹਨਾਂ ਨੂੰ ਜ਼ਰੂਰ ਬਹੁਤ ਕੁਝ ਮਿਲਦਾ ਜੀ। ਇਹ ਪਾਵਨ ਸਥਾਨ ਭਾਈ ਲਾਲੂ ਜੀ ਜੋ ਦੂਜੇ ਮੰਜੀਦਾਰ ਗੁਰੂ ਅਮਰਦਾਸ ਦੇ ਸਨ, ਉਹਨਾਂ ਦਾ ਹੈ ਜੀ। ਆਪ ਸਿੱਖ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਉਂਦਿਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪ ਜੀ ਦਰਸ਼ਨ ਕਰ ਰਹੇ ਹੋ ਪਾਵਨ ਸਥਾਨ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੌਲੀ ਸਾਹਿਬ। ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਦਮੋਦਰੀ ਸਾਹਿਬ ਦੇ ਆਨੰਦ ਕਾਰਜ 1604 ਨੂੰ ਇਸ ਪਾਵਨ ਨਗਰ ਵਿੱਚ ਹੋਏ, ਔਰ ਮਹਾਨ ਬਖਸ਼ਿਸ਼ ਨਦਰੇ ਰਹਿਮਤ ਬਾਬਾ ਬੁੱਢਾ ਜੀ ਨਾਲ ਆਏ, ਭਾਈ ਗੁਰਦਾਸ ਜੀ, ਭਾਈ ਸ਼ਾਲੋ ਜੀ, ਭਾਈ ਪੈੜਾ, ਭਾਈ ਪੁਰਾਣਾ, ਭਾਈ ਵਿਦਿਆ, ਭਾਈ ਲੰਗਾ, ਬਾਬਾ ਸੱਤ ਬਲਵੰਡ ਜੀ, ਬਾਬਾ ਮੋਹਨ ਮੋਹਰੀ ਜੀ, ਇਹ ਸਾਰੀਆਂ ਮਹਾਂ ਬਖਸ਼ਿਸ਼ਾਂ ਵਾਲੇ ਮਹਾਂਪੁਰਖ ਇੱਥੇ ਪਹੁੰਚੇ। ਭਾਈ ਸ਼ਾਲੋ ਜੀ, ਇਹ ਸਾਰੇ ਗੁਰਸਿੱਖਾਂ ਦੀ ਬਰਾਤ ਇੱਥੇ ਪਹੁੰਚੀ। ਜਦੋਂ ਆਨੰਦ ਕਾਰਜ ਹੋਏ ਤੇ ਗੁਰੂ ਕੀ ਸੰਗਤ ਸਤਿਗੁਰੂ ਪ੍ਰਸੰਨ ਦੇਖ ਕਰਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਕੋਈ ਨਿਸ਼ਾਨੀ ਦੇ ਕੇ ਜਾਓ ਸਾਨੂੰ ਆਪਣੇ ਬੱਚਿਆਂ ਦੇ ਵਿਆਹ ਦੀ। ਤੇ ਮਹਾਰਾਜ ਜੀ ਕਹਿਣ ਲੱਗੇ ਸਿੱਖ ਸੰਗਤ ਜੀ ਤੁਸੀਂ ਦੱਸੋ ਕੀ ਨਿਸ਼ਾਨੀ ਚਾਹੀਦੀ ਹੈ। ਤੇ ਗੁਰੂ ਕੀ ਸੰਗਤ ਨੇ ਬੇਨਤੀ ਕੀਤੀ ਸਤਿਗੁਰੂ ਸਾਨੂੰ ਉਹ ਨਿਸ਼ਾਨੀ ਚਾਹੀਦੀ ਹੈ ਜਿਹੜੀ ਸਦੀਆਂ ਤੱਕ ਰਵੇ ਔਰ ਸਾਰੀ ਸੰਗਤ ਹੀ ਵਰਤ ਸਕੇ। ਉਸ ਵੇਲੇ ਮਹਾਰਾਜ ਜੀ ਮੁਸਕਰਾਏ, ਕਹਿੰਦੇ ਭਾਈ ਬੁਝਾਰਤ ਨਾ ਪਾਓ, ਸਿੱਧਾ ਦੱਸੋ ਕੀ ਚਾਹੀਦਾ। ਫਿਰ ਸੰਗਤਾਂ ਨੇ ਆਖਿਆ ਸਤਿਗੁਰੂ ਮਹਾਰਾਜ ਇੱਥੇ ਅਮੀਰ ਲੋਕਾਂ ਦੇ ਖੂਹ ਬੌਲੀਆਂ ਹਨ ਤੇ ਗਰੀਬ ਨੀਵੀਆਂ ਜਾਤਾਂ ਵਾਲਿਆਂ ਨੂੰ ਕੋਈ ਪਾਣੀ ਨਹੀਂ ਦਿੰਦਾ, ਕੋਈ ਇਸ਼ਨਾਨ ਨਹੀਂ ਕਰਨ ਦਿੰਦਾ, ਤੇ ਕਿਰਪਾ ਕਰੋ। ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹ ਵਚਨ ਪ੍ਰਵਾਨ ਕੀਤਾ ਔਰ ਆਪਣੇ ਬੱਚਿਆਂ ਦੀ ਵਿਆਹ ਦੀ ਇਹ ਪਾਵਨ ਪਵਿੱਤਰ ਬੜੀ ਸੁੰਦਰ ਅਲੌਕਿਕ ਦ੍ਰਿਸ਼ ਵਾਲੀ ਬੌਲੀ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ। ਹਜੂਰ ਪਾਤਸ਼ਾਹ ਮਹਾਰਾਜ ਨੇ ਟੱਪ ਲਾਇਆ ਔਰ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਬਾਬਾ ਵਿਧੀ ਚੰਦ ਵਰਗੇ ਸਿੱਖ ਔਰ ਇਹ ਸੇਵਾ ਭਾਈ ਸ਼ਾਲੋ ਜੀ ਜਿਨ੍ਹਾਂ ਦੇ ਬਾਰੇ ਆਪ ਜੀ ਅਕਸਰ ਸੁਣਦੇ ਹੋ, ਜਿਹੜੇ ਪਾਥੀਆਂ ਵੱਟੇ ਪੁੱਤ ਵੰਡ ਕੇ ਆਏ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ, ਉਹਨਾਂ ਮਹਾਂਪੁਰਖਾਂ ਨੂੰ ਭਾਈ ਸ਼ਾਲੋ ਜੀ ਨੂੰ ਇਸ ਬੌਲੀ ਦੀ ਸੇਵਾ ਸਤਿਗੁਰੂ ਨੇ ਸੌਂਪੀ ਔਰ ਬਚਨ ਹੋਇਆ, ਕਹਿਣ ਲੱਗੇ ਇਸ ਬੌਲੀ ਦੀ ਮਹਾਨਤਾ ਇਤਨੀ ਵੱਡੀ ਹੈ ਕਿ ਕੋਈ ਦੁਨੀਆ ਦੇ 68 ਤੀਰਥਾਂ ਦਾ ਇਸ਼ਨਾਨ ਕਰ ਲਵੇ ਤੇ ਇਸ ਬੌਲੀ ਦਾ ਇਸ਼ਨਾਨ ਕਰ ਲਵੇ ਇੱਕ ਬਰਾਬਰ ਹੈ। ਆਖੋ ਸਤਨਾਮ ਸ੍ਰੀ। ਤੇ ਸੰਗਤਾਂ ਨੇ ਬਚਨ ਕੀਤੇ, ਕਹਿਣ ਲੱਗੇ ਮਹਾਰਾਜ ਜੀ ਐਸੀ ਆਪ ਜੀ ਨੇ ਕਿੰਨੀ ਬਖਸ਼ਿਸ਼ ਵੱਡੀ ਦਿੱਤੀ, 68 ਤੀਰਥ ਕਿਤੇ ਛੋਟੇ ਹੈ। ਸੋ ਮਹਾਰਾਜ ਜੀ ਕਹਿੰਦੇ ਇਹ ਨਗਰੀ ਬੜੀ ਪਵਿੱਤਰ ਹੈ, ਅੱਜ ਵੀ ਇਹਦਾ ਇਤਿਹਾਸ ਬੜਾ ਵਿਲੱਖਣਤਾ ਵਾਲਾ ਹੈ। 8 ਗੁਰੂ ਸਾਹਿਬ 72 ਬ੍ਰਹਮ ਗਿਆਨੀ ਹੋਏ ਇਸ ਨਗਰ ਵਿੱਚ, ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ 15ਵੀਂ 16ਵੀਂ ਪੌੜੀ 'ਚ ਕੀਤਾ ਹੈ। ਔਰ ਇੱਕ ਬ੍ਰਹਮ ਗਿਆਨੀ ਕਿਸੇ 25 ਪਿੰਡਾਂ ਦੇ ਵਿੱਚ ਹੋ ਜੇ ਤਾਂ ਸਾਰੇ ਪਾਸੇ ਮਹਿਕ ਜਾਂਦੇ, ਔਰ ਇਸ ਇਕੱਲੇ ਨਗਰ ਦੇ ਵਿੱਚ 72 ਬ੍ਰਹਮ ਗਿਆਨੀ ਹੋਏ। ਤੋ ਮਹਾਰਾਜ ਜੀ ਕਹਿੰਦੇ ਧਰਤੀ ਬੜੀ ਪਾਵਨ ਹੈ, ਬੜੀ ਪਵਿੱਤਰ ਹੈ, ਔਰ ਇਸ ਕਰਕੇ ਬਜ਼ੁਰਗਾਂ ਦੇ ਸੀਨਾ ਬਸੀਨਾ ਇਹ ਵੀ ਇਤਿਹਾਸ ਹੈ ਕਿ ਤਰਨ ਤਾਰਨ ਸਾਹਿਬ ਦੀਆਂ
12 ਮੱਸਿਆ ਔਰ ਇਸ ਡੱਲੇ ਨਗਰ 'ਚ ਇਸ ਬੌਲੀ ਦੀ ਇੱਕ ਮੱਸਿਆ ਜੋ ਸਾਲਾਨਾ ਜੋੜ ਮੇਲਾ ਸੂਦਾ ਇੱਕ ਬਰਾਬਰ ਹੈ। ਸੰਗਤਾਂ ਨੇ ਕਿਹਾ ਮਹਾਰਾਜ ਇੰਨਾ ਵੱਡਾ ਵਾਰ ਕਿੱਥੇ 12 ਮੱਸਿਆ। ਕੁਝ ਸਰੋਤਾਂ ਦੇ ਵਿੱਚ ਇਹ ਜ਼ਿਕਰ ਨਹੀਂ ਹੈ, ਸੀਨਾ ਬਸੀਨਾ ਬਚਨ ਹੈ, ਕਿਉਂਕਿ ਸੱਚ ਹੈ ਕਿ ਇੰਨਾ ਤਾਂ ਕੋਈ ਵੀ ਨੇੜੇ ਹੋ ਕੇ ਗੁਰੂ ਦੇ ਵਰਤਦਾ ਨਹੀਂ। ਪਿਤਾ ਕਾ ਜਨਮ ਕੇ ਜਾਣੈ ਪੂਤ। ਆਪਾਂ ਆਪਣੇ ਬਾਪ ਦੇ ਜਨਮ ਦੀ ਕਥਾ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਬਾਅਦ ਵਿੱਚ ਆਏ ਹਾਂ। ਇਸ ਤਰ੍ਹਾਂ ਕੁਝ ਐਸੇ ਇਤਿਹਾਸ ਨੇ ਜਿਹੜੇ ਸੱਚ ਨੇ ਪਰ ਸਾਡੇ ਤੋਂ ਸਾਂਭੇ ਨਹੀਂ ਗਏ। ਅੱਜ ਵੀ ਜਿਸ ਤਰ੍ਹਾਂ ਸਾਡੇ ਸਿੱਖ ਇਤਿਹਾਸ ਗੁਰ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ, ਛੋਟੀ ਜੀ ਚੀਜ਼ ਆਪਣੇ ਦਹੀਂ ਦੇ ਵਿੱਚ ਡਿੱਗ ਪਵੇ, ਆਟੇ ਦੇ ਵਿੱਚ ਡਿੱਗ ਪਵੇ ਤੇ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਸਾਰਾ ਬੋਰਾ ਹੀ ਢੇਰੀ ਕਰ ਦਈਏ ਜਾਂ ਪਤੀਲਾ ਹੀ ਮੁੱਦਾ ਕਰ ਦਿੱਤਾ ਜਾਵੇ। ਔਰ ਕਿਤੇ ਨਾ ਕਿਤੇ ਐਸੀ ਬਾਤ ਅੱਜ ਸਾਡੇ ਇਤਿਹਾਸ ਦੇ ਵਿੱਚ ਹੋਈ ਹੈ ਵੀ ਜੇ ਕਿਤੇ ਕਿਸੇ ਨੇ ਛੋਟੀ ਜੀ ਮਿਲਾਵਟ ਕੀਤੀ ਅਸੀਂ ਉਹਨੂੰ ਕੱਢਣ ਦੀ ਬਜਾਏ ਸਾਰਾ ਇਤਿਹਾਸ ਹੀ ਪਾਸੇ ਸੁੱਟ ਦਿੰਦੇ ਹਾਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ, ਕਹਿਣ ਲੱਗੇ ਮਹਾਨ ਧਰਤੀ ਹੈ ਡੱਲਾ, ਰਤਨਾਂ ਦੀ ਖਾਨ ਹੈ। ਤੋ ਸਤਿਗੁਰੂ ਫਿਰ ਜਾਣ ਲੱਗੇ ਸੇਵਾ ਭਾਈ ਸ਼ਾਲੋ ਜੀ ਨੂੰ ਦਿੱਤੀ। ਗੁਰੂ ਕੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਨਾਲ ਰਹਿ ਕੇ ਇੱਥੇ ਦਰਸ਼ਨ ਦੇ ਦਾਰੇ ਦਿਓ, ਬੜਾ ਆਨੰਦ ਹੈ। ਸਤਿਗੁਰੂ ਹੱਸ ਕੇ ਕਹਿਣ ਲੱਗੇ ਸੰਗਤ ਜੀ ਅਸੀਂ ਸਰੀਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੇ ਹਾਂ, ਆਤਮਾ ਸਾਡੀ ਗੁਰ ਸੰਗਤਾਂ ਵਿੱਚ ਹੈ। ਜਦੋਂ ਵੀ ਸਿੱਖ ਸੰਗਤ ਇਕੱਠੇ ਹੋ ਕੇ ਗੁਰੂ ਦਾ ਸਿਮਰਨ ਗੁਰੂ ਦੀ ਸੇਵਾ ਕਰਨਗੇ ਅਸੀਂ ਵਿੱਚ ਹਾਜ਼ਰ ਹੋਇਆ ਕਰਾਂਗੇ। ਜਿਹਨੂੰ ਮਹਾਰਾਜ ਜਾਪ ਸਾਹਿਬ ਦੀ ਬਾਣੀ 'ਚ ਕਹਿੰਦੇ ਕਿ ਹਾਜ਼ਰ ਹਜੂਰ ਹੈ ਕਿ ਜ਼ਾਹਰ ਜ਼ਹੂਰ ਹੈ, ਉਹ ਅੱਜ ਵੀ ਹਾਜ਼ਰ ਨੇ ਪਰ ਆਪਣੇ ਕੋਲੋਂ ਅੱਖਾਂ ਨਹੀਂ ਜਿਨ੍ਹਾਂ ਨਾਲ ਵੇਖ ਸਕੀਏ। ਬਾਬਾ ਬੁੱਲੇ ਸ਼ਾਹ ਸੱਚ ਕਹਿ ਗਏ, ਕਹਿੰਦੇ ਉਹ ਤੇ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਜਿੰਨਾ ਅੱਖਾਂ ਨਾਲ ਵੇਖਣਾ ਸੀ ਉਹਨਾਂ 'ਚ ਅੱਜ ਅੱਖਾਂ ਹੀ ਨਹੀਂ ਉਹ ਰਹਿ ਗਈਆਂ। ਅੱਖਾਂ ਹੀ ਸਾਡੀਆਂ ਸ਼ੰਕਾ ਵਾਲੀਆਂ ਏ, ਤਰਕ ਵਾਲੀਆਂ ਏ ਤੇ ਜਿੱਥੇ ਸ਼ੰਕਾ ਤਰਕ ਹੋ ਜੇ ਉੱਥੇ ਪਿਆਰ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੌਲੀ ਸਾਹਿਬ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਾਂ ਦਮੋਦਰੀ ਦੇ ਵਿਆਹ ਦੀ ਨਿਸ਼ਾਨੀ ਤੌਰ ਤੇ ਸੰਗਤਾਂ ਦੀ ਝੋਲੀ ਵਿੱਚ ਪਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ